ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਜਦੋਂ ਵੀ ਮੇਰਾ ਵਿਆਹ ਹੁੰਦਾ ਤਾਂ ਵਿਆਹ ਦੀ ਰਾਤ ਹੀ ਮੇਰੇ ਪਾਪਾ ਮੇਰੇ ਪਤੀ ਨੂੰ 25 ਲੱਖ ਰੁਪਈਏ ਦੇ ਕੇ ਕਹਿੰਦੇ ਕਿ ਮੇਰੀ ਬੇਟੀ ਨੂੰ ਤਲਾਕ ਦੇ ਦੇ। ਇਸ ਤਰ੍ਹਾਂ ਮੈਂ ਹੁਣ ਤੱਕ ਕਈ ਵਾਰ ਤਲਾਕ ਲੈ ਚੁੱਕੀ ਸੀ, ਪਰ ਹਮੇਸ਼ਾ ਹੀ ਪਾਪਾ ਮੇਰਾ ਜ਼ਬਰਦਸਤੀ ਵਿਆਹ ਕਰਵਾ ਕੇ ਤਲਾਕ ਕਰਵਾ ਦਿੰਦੇ ਅਤੇ ਕਾਰਨ ਕੁਝ ਵੀ ਨਾ ਦੱਸਦੇ। ਪਰ ਮੇਰੀ ਮੰਮੀ ਉਸ ਰਾਤ ਨੂੰ ਦੁੱਧ ਵਿੱਚ ਹਲਦੀ ਪਾ ਕੇ ਦਿੰਦੀ, ਜਿਸ ਨੂੰ ਪੀਂਦੇ ਹੀ ਮੈਂ ਸੌਂ ਜਾਂਦੀ ਅਤੇ ਜਦੋਂ ਮੇਰੀ ਅੱਖ ਖੁੱਲ੍ਹਦੀ ਤਾਂ ਹਰ ਕੋਈ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦਾ ਸੀ। ਇਸ ਵਾਰ ਮੈਂ ਸੋਚ ਲਿਆ ਕਿ ਮੈਂ ਦੁੱਧ ਪੀਣ ਦਾ ਨਾਟਕ ਕਰਾਂਗੀ। ਮੈਂ ਸੌਣ ਦਾ ਨਾਟਕ ਕੀਤਾ ਤਾਂ ਮੈਂ ਜੋ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਉਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰਾ ਪਤੀ ਮੇਰੇ ਕੋਲ ਬੈਠਾ ਮੈਨੂੰ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸੀ ਅਤੇ ਮੈਂ ਵਿਆਹ ਦੀ ਸੇਜ 'ਤੇ ਦੁਲਹਨ ਬਣੀ ਬੈਠੀ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਸੀ। ਮੈਂ ਇੰਤਜ਼ਾਰ ਕਰ ਰਹੀ ਸੀ ਕਿ ਮੇਰਾ ਪਤੀ ਕੁਝ ਕਹੇਗਾ। ਇਸ ਤਰ੍ਹਾਂ ਹੀ ਬੈਠੇ ਬੈਠੇ ਕਾਫੀ ਦੇਰ ਹੋ ਗਈ ਤਾਂ ਮੈਂ ਆਪਣੀਆਂ ਪਲਕਾਂ ਚੁੱਕ ਕੇ ਦੇਖਿਆ ਤੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਇੰਨੀ ਗੌਰ ਨਾਲ ਕਿਉਂ ਦੇਖ ਰਹੇ ਹੋ। ਮੇਰੇ ਪਤੀ ਦੀਆਂ ਨਜ਼ਰਾਂ ਹਾਲੇ ਵੀ ਮੇਰੇ ਉੱਪਰ ਹੀ ਜੰਮੀਆਂ ਹੋਈਆਂ ਸੀ। ਫਿਰ ਉਹ ਇੱਕਦਮ ਬੋਲਿਆ ਕਿ ਮਾਹੀ, ਤੂੰ ਬਹੁਤ ਜ਼ਿਆਦਾ ਖੂਬਸੂਰਤ ਹੈ। 2 ਮਹੀਨੇ ਪਹਿਲਾਂ ਸਾਡਾ ਮੰਗਣਾ ਹੋਇਆ ਸੀ। ਤੇਰੇ ਤੋਂ ਪਹਿਲਾਂ ਵੀ ਮੇਰੀ ਮੰਮੀ ਮੇਰੇ ਲਈ ਕਈ ਕੁੜੀਆਂ ਦੇ ਰਿਸ਼ਤੇ ਦੇਖ ਚੁੱਕੀ ਸੀ, ਪਰ ਮੈਨੂੰ ਕੋਈ ਕੁੜੀ ਪਸੰਦ ਨਹੀਂ ਆਉਂਦੀ ਸੀ। ਤੇਰੀ ਫੋਟੋ ਦੇਖ ਕੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ। ਮੈਂ ਸੋਚ ਲਿਆ ਸੀ ਕਿ ਇੰਨਾ ਸੋਹਣਾ ਕੋਈ ਕਿਵੇਂ ਹੋ ਸਕਦਾ। ਮੇਰਾ ਪਤੀ ਮੇਰੀ ਤਾਰੀਫ ਕਰਨ ਵਿੱਚ ਲੱਗਿਆ ਹੋਇਆ ਸੀ ਤਾਂ ਮੇਰੀ ਜਾਨ ਵਿੱਚ ਜਾਨ ਆਈ। ਮੈਂ ਮੁਸਕਰਾਉਂਦੇ ਹੋਏ ਉਸ ਦੀਆਂ ਗੱਲਾਂ ਸੁਣਨ ਲੱਗੀ। ਉਹ ਬੋਲਦਾ ਹੀ ਜਾ ਰਿਹਾ ਸੀ। ਮਾਹੀ, ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਨੂੰ ਇਹ ਕੁੜੀ ਬਹੁਤ ਪਸੰਦ ਆ। ਮੇਰੀ ਮੰਮੀ ਨੇ ਵੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਮੇਰੇ ਬੇਟੇ ਨੂੰ ਕੋਈ ਕੁੜੀ ਤਾਂ ਪਸੰਦ ਆਈ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਝੱਟ ਮੰਗਣੀ ਪੱਟ ਵਿਆਹ ਕਰੋ। ਮੈਂ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ। ਮੇਰੀ ਮੰਮੀ ਨੇ ਮੇਰੀ ਗੱਲ ਮੰਨ ਲਈ ਤੇ ਹੁਣ ਦੇਖ, ਤੂੰ ਸਿਰਫ 2 ਮਹੀਨਿਆਂ ਵਿੱਚ ਹੀ ਮੇਰੀ ਹੋ ਚੁੱਕੀ ਆਂ। ਪਰ ਇਹ 2 ਮਹੀਨੇ ਇੰਝ ਹੀ ਨਹੀਂ ਲੰਘ ਗਏ। ਮੈਂ ਇੱਕ ਮਿੰਟ ਤੇਰੇ ਬਿਨਾਂ ਗਿਣ ਕੇ ਗੁਜ਼ਾਰਿਆ ਸੀ। ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਮੈਂ ਤੈਨੂੰ ਹਾਸਲ ਕਰਨ ਦੀ ਖੁਸ਼ੀ ਵੀ ਚੰਗੀ ਤਰ੍ਹਾਂ ਨਹੀਂ ਮਨਾ ਸਕਿਆ ਅਤੇ ਸਮਾਂ ਜੁਦਾਈ ਦਾ ਵੀ ਆ ਗਿਆ। ਮੇਰੇ ਪਤੀ ਦੀ ਆਖਰੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਬੋਲੀ, ਇਹ ਤੁਸੀਂ ਕੀ ਕਹਿ ਰਹੇ ਹੋ? ਪਰਮਾਤਮਾ ਨਾ ਕਰੇ ਕਿ ਅਸੀਂ ਕਦੇ ਵੀ ਵੱਖ ਹੋਈਏ। ਮੇਰੇ ਪਤੀ ਨੇ ਕੁਝ ਸੋਚਦੇ ਹੋਏ ਮੈਨੂੰ ਦੇਖਿਆ ਤੇ ਫਿਰ ਬੋਲਿਆ, ਮੈਂ ਜਦੋਂ ਦਾ ਕਮਰੇ ਵਿੱਚ ਆਇਆ ਸੀ ਇਸ ਗੱਲ ਬਾਰੇ ਸੋਚ ਰਿਹਾ ਸੀ ਕਿ ਤੂੰ ਜ਼ਿਆਦਾ ਜ਼ਰੂਰੀ ਹੈ ਜਾਂ 25 ਲੱਖ। ਦਿਲ ਨੇ ਮੈਂ ਤੇਰਾ ਨਾਂ ਲਿਆ, ਪਰ ਦਿਮਾਗ ਕਹਿੰਦਾ ਕਿ 25 ਲੱਖ ਕੋਈ ਛੋਟੀ ਰਕਮ ਨਹੀਂ ਹੈ। ਜੇਕਰ ਮੈਂ ਸਾਰੀ ਜ਼ਿੰਦਗੀ ਵੀ ਕਮਾਵਾਂ ਤਾਂ ਵੀ 25 ਲੱਖ ਜਮ੍ਹਾਂ ਨਹੀਂ ਕਰ ਸਕਾਂਗਾ। ਮੈਂ ਹੈਰਾਨ ਪਰੇਸ਼ਾਨ ਹੋ ਕੇ ਬੋਲੀ, ਕਿਹੜੇ 25 ਲੱਖ ਅਤੇ ਕਿੱਥੋਂ ਆਏ? ਮੇਰਾ ਪਤੀ ਕਹਿਣ ਲੱਗਿਆ, ਤੇਰੇ ਪਾਪਾ ਨੇ ਵਿਦਾਈ ਵੇਲੇ ਮੈਨੂੰ ਆਫਰ ਕੀਤਾ ਸੀ ਕਿ ਜਿਸ ਤਰ੍ਹਾਂ ਮੇਰੀ ਕੁੜੀ ਨੂੰ ਵਿਦਾ ਕਰਕੇ ਲੈ ਕੇ ਜਾ ਰਿਹਾ, ਉਸੇ ਤਰ੍ਹਾਂ ਉਸ ਨੂੰ ਤਲਾਕ ਦੇ ਕੇ ਮੇਰੇ ਘਰੇ ਵਾਪਸ ਛੱਡ ਜਾ ਤਾਂ ਮੈਂ ਤੈਨੂੰ 25 ਲੱਖ ਦਿਆਂਗਾ। ਮੈਨੂੰ ਮੇਰੇ ਪਤੀ ਦੀ ਗੱਲ 'ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਕਿਹਾ, ਤੁਹਾਡਾ ਦਿਮਾਗ ਤਾਂ ਠੀਕ ਹੈ ਨਾ? ਮੇਰੇ ਪਾਪਾ ਮੇਰੇ ਵਿਆਹ ਦੇ ਲਈ ਕਿੰਨੇ ਉਤਸੁਕ ਸਨ। ਕੀ ਤੁਸੀਂ ਨਹੀਂ ਜਾਣਦੇ? ਉਹਨਾਂ ਨੇ ਬਹੁਤ ਛਾਣਬੀਨ ਕਰਕੇ ਮੇਰਾ ਰਿਸ਼ਤਾ ਤੈਅ ਕੀਤਾ ਸੀ, ਕਿਉਂਕਿ ਪਾਪਾ ਕਹਿੰਦੇ ਸਨ ਕਿ ਮਾਹੀ, ਵਿਆਹ ਉਮਰ ਭਰ ਦਾ ਰਿਸ਼ਤਾ ਹੁੰਦਾ। ਇਸ ਲਈ ਮੈਂ ਸੋਚ ਸਮਝ ਕੇ ਹੀ ਤੇਰਾ ਵਿਆਹ ਕਰਾਂਗਾ। ਹੁਣ ਇਹ ਕਿਵੇਂ ਹੋ ਸਕਦਾ ਕਿ ਮੇਰੇ ਪਾਪਾ ਹੀ ਮੇਰਾ ਤਲਾਕ ਕਰਵਾਉਣਾ ਚਾਹੁੰਦੇ ਹਨ? ਤੁਸੀਂ ਜ਼ਰੂਰ ਮੇਰੇ ਨਾਲ ਮਜ਼ਾਕ ਕਰਦੇ ਹੋ, ਪਰ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦੇ ਮਜ਼ਾਕ ਬਿਲਕੁਲ ਵੀ ਪਸੰਦ ਨਹੀਂ। ਇਹ ਗੱਲ ਸੱਚ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਪਰ ਜੇਕਰ ਇਸ ਮਜ਼ਾਕ ਦੀ ਵਜ੍ਹਾ ਕਰਕੇ ਮੈਂ ਤੁਹਾਡੇ ਨਾਲ ਰੁੱਸ ਗਈ ਤਾਂ ਆਸਾਨੀ ਨਾਲ ਨਹੀਂ ਮੰਨਾਂਗੀ। ਮੇਰਾ ਪਤੀ ਬੋਲਿਆ, ਮਾਹੀ, ਮੈਨੂੰ ਮਾਫ਼ ਕਰ ਦੇ। ਮੈਂ ਬਹੁਤ ਮਜਬੂਰ ਹੋ ਚੁੱਕਿਆ ਹਾਂ, ਇਸ ਲਈ ਮੈਂ ਤੈਨੂੰ ਤਲਾਕ ਦਿੰਦਾ ਹਾਂ। ਇਹ ਕਹਿੰਦੇ ਹੋਏ ਮੇਰੇ ਪਤੀ ਨੇ ਤਲਾਕ ਦੇ ਪੇਪਰਾਂ 'ਤੇ ਸਾਈਨ ਕਰ ਦਿੱਤੇ। ਉਸ ਦੇ ਇਸ ਤਰ੍ਹਾਂ ਕਰਦੇ ਹੀ ਮੈਂ ਰੋਣ ਲੱਗੀ। ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਮੇਰੇ ਨਾਲ ਇੰਝ ਵੀ ਕਰ ਸਕਦਾ ਹੈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਵਿਆਹ ਦੀ ਪਹਿਲੀ ਰਾਤ ਹੀ ਮੇਰਾ ਤਲਾਕ ਹੋ ਜਾਵੇਗਾ। ਉਸਨੇ ਕਿਹਾ, ਇਹ ਰੋਣ ਦਾ ਟਾਈਮ ਨਹੀਂ, ਜਲਦੀ ਕਰ, ਮੈਨੂੰ ਡਰ ਹੈ
ਕਿ ਕਿਤੇ ਤੇਰੇ ਪਾਪਾ ਆਪਣਾ ਫੈਸਲਾ ਨਾ ਬਦਲ ਲੈਣ। ਜਲਦੀ ਜਲਦੀ ਕਰ, ਮੈਂ ਤੈਨੂੰ ਤੇਰੇ ਘਰ ਛੱਡ ਕੇ ਆਉਂਦਾ ਹਾਂ। ਕਿਤੇ ਇਹ ਨਾ ਹੋਵੇ ਕਿ ਮੇਰੇ 25 ਲੱਖ ਜੋ ਮੈਂ ਇੰਨੀ ਸੋਹਣੀ ਪਤਨੀ ਨੂੰ ਖੋ ਕੇ ਕਮਾਏ ਹਨ, ਮੇਰੇ ਹੱਥਾਂ ਵਿੱਚੋਂ ਨਿਕਲ ਜਾਣ। ਮੇਰੇ ਤੋਂ ਤਾਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ। ਮੇਰੇ ਪਤੀ ਨੇ ਮੇਰਾ ਹੱਥ ਫੜ ਲਿਆ ਅਤੇ ਘਸੀਟਦਾ ਹੋਇਆ ਆਪਣੇ ਨਾਲ ਬਾਹਰ ਲੈ ਆਇਆ ਅਤੇ ਗੱਡੀ ਵਿੱਚ ਬਿਠਾ ਕੇ ਮੇਰੇ ਘਰ ਦੇ ਦਰਵਾਜ਼ੇ ਤੱਕ ਆ ਗਿਆ। ਉਸਨੇ ਡੋਰਬੈਲ ਵਜਾਈ। ਦਰਵਾਜ਼ਾ ਪਾਪਾ ਨੇ ਖੋਲ੍ਹਿਆ। ਪਾਪਾ ਨੂੰ ਦੇਖਦੇ ਹੀ ਮੈਂ ਰੋਣ ਲੱਗੀ। ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਾਪਾ ਨੇ ਨੋਟਾਂ ਦਾ ਭਰਿਆ ਹੋਇਆ ਸੂਟਕੇਸ ਮੇਰੇ ਪਤੀ ਨੂੰ ਫੜਾ ਦਿੱਤਾ। ਮੇਰਾ ਪਤੀ ਨੋਟਾਂ ਨਾਲ ਭਰਿਆ ਹੋਇਆ ਸੂਟਕੇਸ ਲੈ ਕੇ ਚਲਾ ਗਿਆ। ਮੈਂ ਉੱਥੇ ਹੀ ਪੱਥਰ ਦੇ ਬੁੱਤ ਦੀ ਤਰ੍ਹਾਂ ਖੜੀ ਰਹੀ। ਮੇਰੇ ਪਾਪਾ ਨੇ ਮੇਰਾ ਮੱਥਾ ਚੁੰਮਿਆ ਤੇ ਮੈਨੂੰ ਅੰਦਰ ਲੈ ਆਏ ਤੇ ਮੈਂ ਸੋਫੇ 'ਤੇ ਬੈਠ ਗਈ ਤੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਪਾਪਾ ਨੇ ਮੈਨੂੰ ਕਿਹਾ ਕਿ ਰੱਬ ਦਾ ਲੱਖ ਸ਼ੁਕਰ ਹੈ ਕਿ ਤੇਰੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ। ਮੈਂ ਕਿਹਾ, ਮੈਨੂੰ ਦੱਸੋ, ਤੁਸੀਂ ਮੇਰੇ ਨਾਲ ਇਹ ਕੀ ਕੀਤਾ ਹੈ? ਤੁਸੀਂ ਮੈਨੂੰ ਬਦਨਾਮ ਕਿਉਂ ਕਰ ਦਿੱਤਾ? ਮੈਂ ਤਾਂ ਸੁਣਿਆ ਸੀ ਕਿ ਬਾਪ ਆਪਣੀਆਂ ਕੁੜੀਆਂ ਦੇ ਘਰ ਵਸਾਉਣ ਦੀ ਖਾਤਰ ਬਹੁਤ ਕੁਝ ਕਰ ਜਾਂਦੇ ਹਨ, ਪਰ ਤੁਸੀਂ ਤਾਂ ਮੇਰੇ ਪਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਮੇਰਾ ਤਲਾਕ ਕਰਵਾ ਦਿੱਤਾ। ਮੈਂ ਆਪਣੇ ਮੱਥੇ 'ਤੇ ਤਲਾਕ ਦਾ ਧੱਬਾ ਸਜਾ ਕੇ ਕਿੱਥੇ ਫਿਰਾਂਗੀ? ਇੰਨੇ ਵਿੱਚ ਮੇਰੀ ਮਾਂ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਈ ਤੇ ਕਹਿਣ ਲੱਗੀ, ਬੇਟੀ, ਇਹ ਦੁੱਧ ਪੀ ਲੈ, ਤੈਨੂੰ ਆਰਾਮ ਮਿਲੇਗਾ। ਮੈਂ ਗੁੱਸੇ ਵਿੱਚ ਚੀਕਣ ਲੱਗੀ ਤੇ ਬੋਲੀ, ਮੰਮੀ, ਮੇਰਾ ਘਰ ਉੱਜੜ ਗਿਆ। ਮੈਂ ਵਿਆਹ ਦੀ ਪਹਿਲੀ ਰਾਤ ਹੀ ਤਲਾਕ ਲੈ ਕੇ ਘਰ ਵਾਪਸ ਆ ਚੁੱਕੀ ਹਾਂ ਅਤੇ ਇਹ ਸਭ ਦੇ ਪਿੱਛੇ ਕੋਈ ਹੋਰ ਨਹੀਂ, ਮੇਰਾ ਆਪਣਾ ਬਾਪ ਹੈ। ਮੰਮੀ, ਮੈਨੂੰ ਦਿਲਾਸਾ ਦੇਣ ਦੀ ਬਜਾਏ ਤੁਸੀਂ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਏ ਹੋ। ਇੱਥੇ ਕੋਈ ਮਜ਼ਾਕ ਚੱਲ ਰਿਹਾ। ਮੇਰੀ ਮੰਮੀ ਨੇ ਮੈਨੂੰ ਗਲ ਨਾਲ ਲਾ ਲਿਆ ਤੇ ਪਾਪਾ ਕਹਿਣ ਲੱਗੇ ਕਿ ਮਾਹੀ, ਜਦੋਂ ਤੇਰਾ ਵਿਆਹ ਅਜੇ ਨਾਲ ਹੋਇਆ ਤਾਂ ਮੇਰੇ ਇੱਕ ਰਿਸ਼ਤੇਦਾਰ ਨੇ ਆ ਕੇ ਮੇਰੇ ਕੰਨ ਵਿੱਚ ਦੱਸਿਆ ਸੀ ਕਿ ਅਜੇ ਚੰਗਾ ਮੁੰਡਾ ਨਹੀਂ, ਉਹ ਤੇਰੇ ਤੋਂ ਪਹਿਲਾਂ ਵੀ ਕਈ ਕੁੜੀਆਂ ਨਾਲ ਵਿਆਹ ਕਰਵਾ ਚੁੱਕਿਆ। ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ, ਪਰ ਮੈਂ ਸੋਚਿਆ ਕਿ ਸ਼ਾਇਦ ਇਹ ਝੂਠੀ ਖਬਰ ਹੋਵੇਗੀ। ਇਸ ਲਈ ਮੈਂ ਆਪਣੇ ਦੋਸਤਾਂ ਤੋਂ ਪਤਾ ਕਰਵਾਇਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਸੱਚਮੁੱਚ ਚੰਗਾ ਮੁੰਡਾ ਨਹੀਂ ਹੈ। ਉਹ ਬਹੁਤ ਵੱਡਾ ਫਰਾਡ ਆ। ਤੂੰ ਮੇਰੀ ਇਕਲੌਤੀ ਔਲਾਦ ਆ। ਉਹ ਤੇਰੀ ਵੀ ਜ਼ਿੰਦਗੀ ਤਬਾਹ ਕਰ ਦਿੰਦਾ। ਮੈਂ ਤੇਰੀ ਜ਼ਿੰਦਗੀ ਤਬਾਹ ਹੁੰਦੇ ਨਹੀਂ ਦੇਖ ਸਕਦਾ ਸੀ। ਮੈਂ ਗੁੱਸੇ ਵਿੱਚ ਕਿਹਾ, ਪਾਪਾ, ਤੁਸੀਂ ਵਿਆਹ ਤੋਂ ਪਹਿਲਾਂ ਵੀ ਤਾਂ ਇਹ ਸਭ ਕੁਝ ਪਤਾ ਕਰਵਾ ਸਕਦੇ ਸੀ। ਪਹਿਲਾਂ ਇਸ ਗੱਲ ਦੀ ਜਾਣਕਾਰੀ ਇਕੱਠੀ ਕਿਉਂ ਨਹੀਂ ਕੀਤੀ? ਜੇਕਰ ਮੇਰਾ ਮੰਗਣਾ ਟੁੱਟ ਜਾਂਦਾ ਤਾਂ ਵੀ ਮੈਨੂੰ ਇੰਨਾ ਦੁੱਖ ਨਾ ਹੁੰਦਾ। ਹੁਣ ਤਾਂ ਮੈਂ ਵਿਆਹ ਤੋਂ ਬਾਅਦ ਤਲਾਕ ਲੈ ਕੇ ਆਈ ਹਾਂ। ਮੈਂ ਆਪਣੇ ਆਂਢ ਗੁਆਂਢ ਨੂੰ ਕੀ ਮੂੰਹ ਦਿਖਾਵਾਂਗੀ? ਲੋਕ ਤਾਂ ਮੇਰਾ ਮਜ਼ਾਕ ਉਡਾਉਣਗੇ। ਪਾਪਾ ਬੋਲੇ, ਲੋਕਾਂ ਦੀ ਖਾਤਰ ਮੈਂ ਤੇਰੀ ਜ਼ਿੰਦਗੀ ਖਰਾਬ ਨਹੀਂ ਹੋਣ ਦੇਣਾ ਚਾਹੁੰਦਾ ਸੀ। ਸਾਡਾ ਰੌਲਾ ਸੁਣ ਕੇ ਜੋ ਘਰ ਵਿੱਚ ਮਹਿਮਾਨ ਸਨ ਉਹ ਵੀ ਇਕੱਠੇ ਹੋਣ ਲੱਗੇ। ਇਸ ਤਰ੍ਹਾਂ ਰੌਲਾ ਪੈਂਦਾ ਦੇਖ ਉਹ ਹੈਰਾਨ ਹੋ ਗਏ ਤੇ ਮੇਰੀ ਮੰਮੀ ਨੇ ਜਲਦੀ ਜਲਦੀ ਮੈਨੂੰ ਹਲਦੀ ਵਾਲਾ ਦੁੱਧ ਪਿਲਾ ਦਿੱਤਾ ਤੇ ਮੈਨੂੰ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਆਉਣ ਲੱਗਿਆ। ਮੈਨੂੰ ਗੂੜੀ ਨੀਂਦ ਆ ਚੁੱਕੀ ਸੀ। ਅਗਲੇ ਦਿਨ ਦੁਪਹਿਰ ਦੇ ਸਮੇਂ ਮੇਰੀ ਅੱਖ ਖੁੱਲ੍ਹੀ ਤੇ ਮੈਂ ਆਪਣੇ ਬੈੱਡ 'ਤੇ ਲੇਟੀ ਹੋਈ ਸੀ। ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮੇਰਾ ਦਿਮਾਗ ਆਲੇ ਦੁਆਲੇ ਦੇ ਮਾਹੌਲ ਨੂੰ ਪਹਿਚਾਨਣ ਵਿੱਚ ਗਲਤੀ ਕਰ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਮੈਂ ਕੀ ਕਰ ਰਹੀ ਹਾਂ। ਫਿਰ ਮੇਰੇ ਦਿਮਾਗ ਵਿੱਚ ਰਾਤ ਵਾਲੀ ਘਟਨਾ ਘੁੰਮਣ ਲੱਗੀ। ਮੈਂ ਫਟਾਫਟ ਉੱਠ ਕੇ ਬੈਠ ਗਈ ਤੇ ਭੱਜਦੀ ਹੋਈ ਡਰਾਇੰਗ ਰੂਮ ਵਿੱਚ ਆ ਗਈ। ਮੇਰੀ ਮੰਮੀ ਨੇ ਮੈਨੂੰ ਦੇਖਿਆ ਤਾਂ ਮੇਰਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਕਿਹਾ, ਮਾਹੀ, ਤੂੰ ਆਪਣਾ ਦਿਲ ਛੋਟਾ ਨਾ ਕਰ, ਸਬਰ ਰੱਖ। ਅਸੀਂ ਕਿਸੇ ਅਜਿਹੇ ਆਦਮੀ ਨੂੰ ਤੇਰਾ ਹਮਸਫ਼ਰ ਨਹੀਂ ਬਣਾਉਣਾ ਚਾਹੁੰਦੇ ਜੋ ਤੈਨੂੰ ਤੰਗ ਪਰੇਸ਼ਾਨ ਕਰੇ। ਅਸੀਂ ਤੇਰਾ ਵਿਆਹ ਉਸ ਨਾਲ ਕਰਾਂਗੇ ਜੋ ਸਿਰਫ ਤੇ ਸਿਰਫ ਤੇਰਾ ਹੋਵੇਗਾ, ਤੈਨੂੰ ਸਾਰੀ ਦੁਨੀਆ ਦੀਆਂ ਖੁਸ਼ੀਆਂ ਦੇਵੇ। ਜਦੋਂ ਤੱਕ ਸਾਰੇ ਮਹਿਮਾਨ ਚਲੇ ਨਹੀਂ ਜਾਂਦੇ ਤੂੰ ਆਪਣੇ ਕਮਰੇ ਵਿੱਚ ਬੈਠੀ ਰਹੀਂ। ਇੰਨਾ ਕਹਿ ਕੇ ਮੰਮੀ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਮੈਂ ਫੇਰ ਰੋਣ ਲੱਗੀ। ਇਹ ਦੁੱਖ ਇੰਨਾ ਵੱਡਾ ਸੀ ਜੋ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਹੋ ਰਿਹਾ ਸੀ। ਹੌਲੀ ਹੌਲੀ ਸਾਰਾ ਘਰ ਖਾਲੀ ਹੋ ਗਿਆ ਤੇ ਸਾਰੇ ਮਹਿਮਾਨ ਚਲੇ ਗਏ। ਮੈਂ ਹੁਣ ਵੀ ਆਪਣੇ ਕਮਰੇ ਵਿੱਚ ਹੀ ਬੈਠੀ ਸੀ। ਮੈਂ ਅਜੇ ਵੀ WhatsApp ਚੈਟ ਖੋਲ੍ਹੀ। ਹਰ ਮੈਸੇਜ ਵਿੱਚ ਉਸਨੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਹਰ ਮੈਸੇਜ ਵਿੱਚ ਉਸਨੇ ਲਿਖਿਆ ਸੀ ਕਿ ਉਹ ਮੈਨੂੰ ਕਦੇ ਨਹੀਂ ਛੱਡੇਗਾ।
ਅਜਿਹੀਆਂ ਗੱਲਾਂ ਕਰਨ ਵਾਲਾ ਇਨਸਾਨ ਧੋਖੇਬਾਜ਼ ਹੋ ਸਕਦਾ ਹੈ। ਮੇਰੇ ਦਿਲ ਵਿੱਚੋਂ ਆਵਾਜ਼ ਆਈ ਕਿ ਨਹੀਂ, ਅਜਿਹਾ ਨਹੀਂ ਹੋ ਸਕਦਾ। ਮੈਂ ਲੋਕਾਂ ਤੋਂ ਡਰਨ ਲੱਗੀ, ਇਸ ਲਈ ਘਰ ਤੋਂ ਬਾਹਰ ਹੀ ਨਹੀਂ ਨਿਕਲਦੀ ਸੀ। ਪਾਪਾ ਮੈਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਕਹਿੰਦੇ, ਅਜੇ ਨੇ ਤੈਨੂੰ ਪੈਸਿਆਂ ਦੀ ਖਾਤਰ ਛੱਡ ਦਿੱਤਾ, ਤੂੰ ਵੀ ਉਸ ਧੋਖੇਬਾਜ਼ ਇਨਸਾਨ ਨੂੰ ਦਿਲ ਵਿੱਚੋਂ ਕੱਢ ਦੇ। ਕਦੋਂ ਤੱਕ ਉਸ ਦਾ ਰੋਗ ਲਗਾ ਕੇ ਬੈਠੀ ਰਹੇਂਗੀ? ਮੈਂ ਹੌਲੀ ਹੌਲੀ ਕਰਕੇ ਉਸ ਨੂੰ ਭੁੱਲ ਗਈ। ਪਾਪਾ ਮੈਨੂੰ ਇੱਕ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਕਰ ਰਹੇ ਸੀ। ਉਹਨਾਂ ਨੇ ਮੈਨੂੰ ਇੱਕ ਮੁੰਡੇ ਦੀ ਫੋਟੋ ਦਿਖਾਈ ਤਾਂ ਮੈਂ ਰਜ਼ਾਮੰਦੀ ਦੇ ਦਿੱਤੀ। ਉਸ ਨਾਲ ਮੇਰਾ ਵਿਆਹ ਹੋ ਗਿਆ ਤੇ ਉਵੇਂ ਹੀ ਵਿਆਹ ਵਾਲੀ ਰਾਤ ਉਸ ਮੁੰਡੇ ਨੇ ਮੈਨੂੰ 20 ਲੱਖ ਰੁਪਏ ਦੀ ਖਾਤਰ ਛੱਡ ਦਿੱਤਾ। ਜਿਵੇਂ ਮੇਰਾ ਪਹਿਲੇ ਵਿਆਹ ਵਿੱਚ ਹੋਇਆ ਸੀ, ਸੇਮ ਉਸੇ ਤਰ੍ਹਾਂ ਇਸ ਵਾਰ ਵੀ ਹੋਇਆ। ਉਹ ਮੈਨੂੰ ਰੋਂਦੀ ਬਿਲਕਦੀ ਨੂੰ ਮੇਰੇ ਘਰੇ ਛੱਡ ਗਿਆ। ਹੁਣ ਤਾਂ ਮੈਨੂੰ ਪੱਕਾ ਪੂਰਾ ਸ਼ੱਕ ਹੋ ਗਿਆ ਸੀ ਪਾਪਾ 'ਤੇ। ਮੇਰੇ ਪਾਪਾ ਹੀ ਮੇਰਾ ਤਲਾਕ ਕਰਵਾਉਂਦੇ ਨੇ। ਮੇਰੇ ਪਾਪਾ ਦਾ ਉਹੀ ਜਵਾਬ ਸੀ ਕਿ ਉਹ ਮੁੰਡਾ ਹੀ ਸਹੀ ਨਹੀਂ ਸੀ। ਮੈਂ ਪਾਪਾ ਨੂੰ ਬੋਲਣ ਲੱਗੀ ਕਿ ਇਹ ਤੁਹਾਡਾ ਐਡੇ ਵੱਡੇ ਬਿਜ਼ਨਸਮੈਨ ਹੋਣ ਦਾ ਕੀ ਫਾਇਦਾ? ਤੁਸੀਂ ਮੇਰੇ ਲਈ ਇੱਕ ਮੁੰਡਾ ਸਹੀ ਨਹੀਂ ਚੁਣ ਸਕਦੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਸੀਂ ਕਰੋੜਾਂ ਦਾ ਬਿਜ਼ਨਸ ਇਕੱਲੇ ਕਿਵੇਂ ਸੰਭਾਲਿਆ ਹੋਇਆ, ਜਦਕਿ ਤੁਹਾਨੂੰ ਤਾਂ ਸਹੀ ਫੈਸਲਾ ਲੈਣ ਦਾ ਪਤਾ ਹੀ ਨਹੀਂ ਅਤੇ ਨਾ ਹੀ ਤੁਹਾਡੇ ਅੰਦਰ ਕੋਈ ਸਮਝ ਹੈ। ਤੁਹਾਨੂੰ ਤਾਂ ਇੰਨਾ ਹੀ ਨਹੀਂ ਪਤਾ ਕਿ ਸਾਹਮਣੇ ਵਾਲਾ ਇਨਸਾਨ ਧੋਖੇਬਾਜ਼ ਹੈ ਜਾਂ ਵਫਾਦਾਰ। ਮੇਰਾ ਗੁੱਸਾ ਦੇਖ ਕੇ ਮੇਰੀ ਮੰਮੀ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਬੇਟੀ, ਇਹ ਦੁੱਧ ਪੀ ਲਾ, ਤੈਨੂੰ ਆਰਾਮ ਮਿਲ ਜਾਊਗਾ। ਸੇਮ ਮੇਰੇ ਨਾਲ ਉਹੀ ਕੁਝ ਹੋ ਰਿਹਾ ਸੀ ਜੋ ਪਹਿਲੇ ਵਿਆਹ 'ਤੇ ਹੋਇਆ ਸੀ। ਮੈਨੂੰ ਹੁਣ ਮੇਰੇ ਮਾਂ-ਬਾਪ 'ਤੇ ਸ਼ੱਕ ਹੋਣ ਲੱਗ ਗਿਆ, ਪਰ ਮੈਂ ਕਰ ਕੁਝ ਨਹੀਂ ਸਕਦੀ ਸੀ ਕਿਉਂਕਿ ਮੇਰਾ ਦੁੱਖ ਸੁੱਖ ਸੁਣਨ ਵਾਲਾ ਹੋਰ ਕੋਈ ਨਹੀਂ ਸੀ ਮੇਰੇ ਮਾਂ-ਬਾਪ ਤੋਂ ਬਿਨਾਂ। ਮੈਂ ਅੰਦਰੇ ਅੰਦਰ ਰਹਿਣ ਲੱਗੀ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ। ਹੁਣ ਮੈਨੂੰ ਮੇਰੇ ਆਪਣੇ ਮਾਂ-ਬਾਪ ਨਾਲ ਹੀ ਨਫ਼ਰਤ ਹੋ ਗਈ ਸੀ। ਜੇਕਰ ਮੇਰੇ ਪਾਪਾ ਤੋਂ ਇਹ ਗਲਤੀ ਕਰ ਰਹੇ ਸੀ ਤਾਂ ਮੇਰੀ ਮਾਂ ਉਹਨਾਂ ਨੂੰ ਰੋਕਦੀ ਕਿਉਂ ਨਹੀਂ ਸੀ, ਬਲਕਿ ਉਹ ਤਾਂ ਹਰ ਵਾਰ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਹਾਜ਼ਰ ਹੋ ਜਾਂਦੀ। ਹਾਲੇ 1 ਮਹੀਨਾ ਹੀ ਚੈਨ ਨਾਲ ਲੰਘਿਆ ਸੀ ਕਿ ਮੇਰੇ ਪਾਪਾ ਮੇਰੇ ਲਈ ਤੀਜਾ ਰਿਸ਼ਤਾ ਲੈ ਕੇ ਹਾਜ਼ਰ ਹੋ ਗਏ। ਮੈਂ ਗੁੱਸੇ ਵਿੱਚ ਪਾਪਾ ਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਮੂੰਹੋਂ ਇਹ ਸ਼ਬਦ ਨਹੀਂ ਸੁਣਨਾ। ਮੇਰੇ ਪਾਪਾ ਨੇ ਹੱਥ ਜੋੜਦੇ ਹੋਏ ਕਿਹਾ, ਬੇਟਾ ਇੱਕ ਵਾਰ ਹੋਰ ਮੰਨ ਲੈ, ਬਹੁਤ ਹੀ ਚੰਗਾ ਮੁੰਡਾ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਤੇਰਾ ਘਰ ਵਸ ਜਾਵੇ। ਮੈਂ ਕਿਹਾ ਕਿ ਮੈਂ ਤੁਹਾਡੀ ਹੋਰ ਕੋਈ ਗੱਲ ਨਹੀਂ ਮੰਨਾਂਗੀ। ਪਾਪਾ ਨੇ ਕਿਹਾ, ਠੀਕ ਆ, ਜੇਕਰ ਮੇਰੀ ਬੇਟੀ ਦਾ ਘਰ ਨਹੀਂ ਵਸਦਾ ਤਾਂ ਮੈਂ ਵੀ ਤੈਨੂੰ ਤੇ ਤੇਰੀ ਮਾਂ ਨੂੰ ਇਕੱਲੇ ਛੱਡ ਕੇ ਕਿਤੇ ਚਲਿਆ ਜਾਵਾਂਗਾ। ਮੈਂ ਹੈਰਾਨੀ ਨਾਲ ਪਾਪਾ ਵੱਲ ਦੇਖਣ ਲੱਗੀ ਕਿ ਪਾਪਾ ਸੱਚਮੁੱਚ ਹੀ ਮੈਨੂੰ ਇੰਨਾ ਪਿਆਰ ਕਰਦੇ ਹਨ ਜਾਂ ਫਿਰ ਮੈਨੂੰ ਬਲੈਕਮੇਲ ਕਰ ਰਹੇ ਨੇ। ਮੈਂ ਮਜਬੂਰੀ ਵਿੱਚ ਹਾਂ ਕਰ ਦਿੱਤੀ। ਮੇਰੀ ਹਾਂ ਕਰਨ ਦੀ ਦੇਰ ਸੀ ਕਿ ਝਟਪਟ ਮੇਰਾ ਵਿਆਹ ਕਰ ਦਿੱਤਾ। ਵਿਆਹ ਤੋਂ ਪਹਿਲਾਂ ਮੈਂ ਮੁੰਡੇ ਦੀ ਫੋਟੋ ਹੀ ਦੇਖੀ ਸੀ। ਪਾਪਾ ਨੇ ਮੈਨੂੰ ਕਿਹਾ ਸੀ ਕਿ ਤੂੰ ਉਸ ਨੂੰ ਮਿਲ ਸਕਦੀ ਆ, ਪਰ ਮੈਂ ਮਨਾ ਕਰ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਗੱਲ ਨੇ ਤਲਾਕ 'ਤੇ ਆ ਕੇ ਹੀ ਖਤਮ ਹੋ ਜਾਣਾ। ਮੇਰਾ ਵਿਆਹ ਹੋ ਚੁੱਕਿਆ ਸੀ ਤੇ ਮੈਂ ਸੁਹਾਗ ਦੀ ਸੇਜ 'ਤੇ ਬੈਠੀ ਆਪਣੇ ਤੀਜੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਉਹ ਕਦੋਂ ਆਵੇ ਤੇ ਕਦੋਂ ਮੈਨੂੰ ਤਲਾਕ ਦੇਵੇ। ਮੇਰਾ ਪਤੀ ਬਿਨੇ ਆਇਆ ਤੇ ਮੈਨੂੰ ਕਹਿਣ ਲੱਗਿਆ, ਮਾਹੀ, ਮੈਂ ਤੈਨੂੰ ਇਹ ਨਹੀਂ ਪੁੱਛਾਂਗਾ ਕਿ ਤੇਰੇ 2 ਤਲਾਕ ਕਿਉਂ ਹੋਏ ਸੀ। ਮੈਂ ਤਾਂ ਤੈਨੂੰ ਦਿਲੋਂ ਜਾਨ ਤੋਂ ਕਬੂਲ ਕਰ ਲਿਆ ਹੈ। ਮੈਂ ਆਪਣੇ ਪਤੀ ਦੀ ਗੱਲ ਸੁਣ ਕੇ ਮੁਸਕਰਾ ਕੇ ਬੋਲੀ, ਤੂੰ ਚਿੰਤਾ ਨਾ ਕਰ, ਹਾਲੇ ਥੋੜ੍ਹੀ ਦੇਰ ਵਿੱਚ ਹੀ ਤੈਨੂੰ ਪਤਾ ਚੱਲ ਜਾਵੇਗਾ ਕਿ ਮੇਰੇ 2 ਤਲਾਕ ਕਿਉਂ ਹੋ ਚੁੱਕੇ ਹਨ। ਉਸੇ ਵੇਲੇ ਉਹਨਾਂ ਦੇ ਫੋਨ 'ਤੇ ਫੋਨ ਆਇਆ। ਉਹਨਾਂ ਨੇ ਬੜੇ ਹੀ ਸਲੀਕੇ ਨਾਲ ਮੇਰੇ ਤੋਂ ਪਾਸੇ ਹੋ ਕੇ ਗੱਲ ਕੀਤੀ। ਗੱਲ ਕਰਦੇ ਉਹ ਮੇਰੇ ਕੋਲ ਆ ਗਏ ਤੇ ਮੈਂ ਉੱਠ ਕੇ ਖੜੀ ਹੋ ਗਈ ਤੇ ਕਿਹਾ, ਚਲੋ ਮੈਨੂੰ ਘਰ ਛੱਡ ਆਓ, ਕਿਉਂਕਿ ਇਹ ਡਰਾਮਾ ਮੈਂ ਪਹਿਲਾਂ ਹੀ ਦੇਖ ਚੁੱਕੀ ਸੀ। ਬਿਨੇ ਮੈਨੂੰ ਕਹਿਣ ਲੱਗਿਆ ਕਿ ਤੇਰੇ ਪਾਪਾ ਨੇ ਮੈਨੂੰ ਫੋਨ ਕੀਤਾ ਤੇ ਮੈਂ 25 ਲੱਖ ਦੀ ਖਾਤਰ ਤੈਨੂੰ ਛੱਡ ਦੇਵਾਂ। ਮੈਂ ਉਹਨਾਂ ਦਾ ਫੋਨ ਕੱਟ ਦਿੱਤਾ। ਜੋ ਹੁਣ ਮੇਰੇ ਘਰ ਦੀ ਇੱਜ਼ਤ ਹੈ, ਸਿਰਫ ਪੈਸਿਆਂ ਦੇ ਲਾਲਚ ਵਿੱਚ ਆ ਕੇ ਮੈਂ ਉਸ ਨੂੰ ਨਹੀਂ ਛੱਡ ਸਕਦਾ। ਮੈਂ ਹੈਰਾਨੀ ਨਾਲ ਆਪਣੇ ਪਤੀ ਦਾ ਚਿਹਰਾ ਦੇਖਣ ਲੱਗੀ ਕਿ ਆਦਮੀ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਗੱਲ 'ਤੇ ਡਟੇ ਰਹਿਣ, ਇੱਜ਼ਤ ਲਈ ਪੈਸਿਆਂ ਨੂੰ ਅਹਿਮੀਅਤ ਨਾ ਦੇਣ, ਪੈਸਿਆਂ ਦਾ ਲਾਲਚ ਉਹਨਾਂ ਨੂੰ ਨਾ ਤੋੜ ਸਕੇ। ਮੈਂ ਆਪਣੇ ਪਤੀ ਨੂੰ ਅਜ਼ਮਾਉਣ ਲਈ ਕਿਹਾ, ਤੁਸੀਂ ਹੱਥ ਆਏ ਪੈਸਿਆਂ ਨੂੰ ਕਿਉਂ ਛੱਡਣਾ ਚਾਹੁੰਦੇ ਹੋ? ਮੈਨੂੰ ਮੇਰੇ ਪਹਿਲਾਂ 2 ਤਲਾਕ ਵੀ ਇਹਨਾਂ ਰੁਪਈਆਂ ਖਾਤਰ ਹੀ ਹੋਏ ਨੇ। ਮੇਰਾ ਪਤੀ ਬੋਲਿਆ ਕਿ ਮੈਂ ਪੈਸਿਆਂ ਦੀ ਖਾਤਰ ਆਪਣੀ ਇੱਜ਼ਤ ਨਹੀਂ ਛੱਡ ਸਕਦਾ। ਇੱਜ਼ਤ ਹੈ ਤਾਂ ਸਭ ਕੁਝ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੇਰੇ ਪਤੀ ਦੀ ਗੱਲ ਸੁਣ ਕੇ ਮੈਂ ਉਹਨਾਂ ਦੇ ਗਲ ਲੱਗ ਗਈ।
ਮੈਂ ਆਪਣੇ ਪਤੀ ਨੂੰ ਕਿਹਾ ਕਿ ਆਪਾਂ ਨੂੰ ਪਤਾ ਤਾਂ ਕਰਨਾ ਚਾਹੀਦਾ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਨੇ। ਤੁਸੀਂ ਇੰਜ ਕਰੋ, ਮੇਰੇ ਪਾਪਾ ਨੂੰ ਫੋਨ ਲਾ ਕੇ ਕਹੋ ਕਿ ਮੈਂ ਤਲਾਕ ਦੇਣ ਨੂੰ ਤਿਆਰ ਹਾਂ। ਮੇਰੇ ਪਤੀ ਨੇ ਕਿਹਾ ਕਿ ਮੈਂ ਤੇਰੇ ਨਾਲ ਹਾਂ, ਤੂੰ ਜਿਵੇਂ ਕਹੇਂਗੀ ਮੈਂ ਉਵੇਂ ਕਰਾਂਗਾ, ਕਿਉਂਕਿ ਅਸੀਂ ਸੱਚਾਈ ਜਾਣਨਾ ਚਾਹੁੰਦੇ ਸੀ। ਮੇਰੇ ਪਤੀ ਨੇ ਉਵੇਂ ਹੀ ਕੀਤਾ। ਉਹ ਮੈਨੂੰ ਨਾਲ ਲੈ ਕੇ ਮੇਰੇ ਘਰ ਚਲੇ ਗਏ। ਘਰ ਆਉਣ ਤੋਂ ਬਾਅਦ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੋ ਰਿਹਾ ਸੀ। ਮੇਰੇ ਪਾਪਾ ਮੇਰੇ ਪਤੀ ਨਾਲ ਗੱਲਾਂ ਕਰ ਰਹੇ ਸੀ। ਮੈਂ ਉਵੇਂ ਹੀ ਰੋਣ ਦਾ ਨਾਟਕ ਕੀਤਾ। ਮੇਰੀ ਮਾਂ ਮੇਰੇ ਲਈ ਦੁੱਧ ਲੈ ਕੇ ਆ ਗਈ। ਮੈਂ ਝੱਟ-ਫੱਟ ਦੁੱਧ ਫੜ ਲਿਆ। ਮੇਰੀ ਮਾਂ ਪਾਸੇ ਹੋਈ ਤਾਂ ਮੈਂ ਦੁੱਧ ਡੋਲ ਦਿੱਤਾ ਅਤੇ ਸੌਣ ਦਾ ਨਾਟਕ ਕੀਤਾ। ਹਾਲੇ ਮੈਨੂੰ ਪਈ ਨੂੰ 10 ਮਿੰਟ ਹੀ ਹੋਏ ਸੀ ਕਿ ਮੇਰੇ ਘਰ ਵਿੱਚ ਬਹੁਤ ਸਾਰੇ ਲੋਕ ਆਉਣ ਲੱਗੇ। ਸਭ ਤੋਂ ਪਹਿਲਾਂ ਇੱਕ ਨਰਸ ਆਈ। ਉਸਨੇ ਮੇਰਾ ਚੈੱਕਅਪ ਕੀਤਾ ਤੇ ਬੋਲੀ, ਇਸ ਨੂੰ ਫਿਰ ਤੋਂ ਪਾਗਲਪਨ ਦਾ ਦੌਰਾ ਪਿਆ ਹੈ। ਇਹ ਕੁੜੀ ਕਿਸੇ ਵੀ ਮੁੰਡੇ ਨੂੰ ਆਪਣੇ ਨੇੜੇ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਇਸ ਨੂੰ ਅਜਿਹੇ ਦੌਰੇ ਪੈਂਦੇ ਹਨ। ਤੁਸੀਂ ਇਸ ਦਾ ਵਿਆਹ ਕਿਉਂ ਕਰਵਾਉਂਦੇ ਹੋ? ਥੋੜੀ ਦੇਰ ਬਾਅਦ ਵਕੀਲ ਆਇਆ। ਵਕੀਲ ਦੇ ਸਾਹਮਣੇ ਮੇਰੇ ਪਾਪਾ ਨੇ ਨਰਸ ਦੀਆਂ ਕਹੀਆਂ ਹੋਈਆਂ ਗੱਲਾਂ ਦੁਹਰਾਈਆਂ। ਨਰਸ ਨੇ ਵੀ ਉਹ ਸਾਰੀਆਂ ਗੱਲਾਂ ਵਕੀਲ ਨੂੰ ਦੱਸੀਆਂ। ਫਿਰ ਵਕੀਲ ਦੇ ਸਾਹਮਣੇ ਮੇਰੇ ਪਤੀ ਨੂੰ ਲਿਆਂਦਾ ਗਿਆ। ਬਿਨੇ ਨੇ ਕਿਹਾ, ਵਕੀਲ ਸਾਹਿਬ, ਜਿਵੇਂ ਹੀ ਮੈਂ ਕਮਰੇ ਵਿੱਚ ਆਇਆ ਤਾਂ ਮੇਰੀ ਪਤਨੀ ਨੇ ਮੇਰੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗੀ ਤੇ ਕਹਿਣ ਲੱਗੀ, ਮੈਨੂੰ ਤਲਾਕ ਦੇ ਦਿਓ, ਨਹੀਂ ਤਾਂ ਮੈਂ ਆਪਣੇ ਆਪ ਨੂੰ ਜਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੀ। ਇੰਨਾ ਕਹਿਣ ਦੇ ਬਾਅਦ ਬਿਨੇ ਨੇ ਲੰਮਾ ਸਾਹ ਲਿਆ ਤੇ ਫਿਰ ਬੋਲਿਆ, ਇਹ ਸਭ ਕੁਝ ਕਹਿਣ ਲਈ ਮੇਰੇ ਸਹੁਰੇ ਨੇ ਮੈਨੂੰ ਕਿਹਾ ਸੀ। ਮੇਰੀ ਪਤਨੀ ਬਿਲਕੁਲ ਠੀਕ ਹੈ ਤੇ ਮੈਂ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ। ਬਿਨੇ ਦੀ ਇਹ ਗੱਲ ਸੁਣ ਕੇ ਮੈਂ ਇੱਕਦਮ ਉੱਠ ਕੇ ਬੈਠ ਗਈ ਤੇ ਮੈਂ ਉਸ ਵਕੀਲ ਨੂੰ ਕਿਹਾ, ਵਕੀਲ ਸਾਹਿਬ, ਇਹ ਸਭ ਕੁਝ ਗਲਤ ਕਹਿ ਰਹੇ ਨੇ। ਮੈਂ ਬਿਲਕੁਲ ਠੀਕ ਹਾਂ। ਪਹਿਲਾਂ ਵੀ 2 ਤਲਾਕ ਮੇਰੇ ਪਾਪਾ ਕਰਕੇ ਹੋ ਚੁੱਕੇ ਹਨ। ਇਹ ਲੋਕ ਮੇਰੇ ਖਿਲਾਫ ਕੋਈ ਸਾਜ਼ਿਸ਼ ਰਚ ਰਹੇ ਹਨ। ਮੇਰੀ ਗੱਲ ਸੁਣ ਕੇ ਵਕੀਲ ਸਾਹਿਬ ਬੋਲੇ, ਮੈਂ ਸਮਝ ਸਕਦਾ ਹਾਂ ਕਿ ਸਾਜ਼ਿਸ਼ ਹੋ ਸਕਦੀ ਆ, ਕਿਉਂਕਿ ਤੁਹਾਡੇ ਸਕੇ ਬਾਪ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਮ ਕਰ ਦਿੱਤੀ ਸੀ। ਪਰ ਉਹਨਾਂ ਮੁਤਾਬਕ ਜਦੋਂ ਤੁਹਾਡਾ ਘਰ ਨਹੀਂ ਬਸ ਜਾਂਦਾ, ਉਦੋਂ ਤੱਕ ਇਹ ਜਾਇਦਾਦ ਤੁਹਾਡੇ ਨਾਮ ਤੇ ਹੀ ਨਹੀਂ ਆ ਸਕਦੀ। ਸ਼ਾਇਦ ਇਸ ਲਈ ਤੁਹਾਡੇ ਸਤੇਲੇ ਬਾਪ ਨੇ ਤੁਹਾਡੇ ਨਾਲ ਇਹ ਖੇਡ ਖੇਡੀ ਹੈ। ਤੁਹਾਡੇ ਹਰ ਤਲਾਕ ਵੇਲੇ ਤੁਹਾਡਾ ਬਾਪ ਮੈਨੂੰ ਇਹੀ ਕਹਿੰਦਾ ਸੀ ਕਿ ਮੇਰੀ ਬੇਟੀ ਦਿਮਾਗੀ ਤੌਰ ਤੇ ਬਿਮਾਰ ਹੈ, ਉਹ ਘਰ ਬਸਾਉਣ ਦੇ ਕਾਬਲ ਨਹੀਂ। ਮੇਰਾ ਪਤੀ ਵੀ ਇਹੀ ਬਿਆਨ ਦਿੰਦਾ ਸੀ। ਮੈਂ ਸੁਣ ਕੇ ਸੁੰਨ ਹੋ ਗਈ। ਜਿਸ ਬਾਪ ਨੂੰ ਮੈਂ ਸਾਰੀ ਜ਼ਿੰਦਗੀ ਸਕੇ ਬਾਪ ਦੀ ਤਰ੍ਹਾਂ ਪਿਆਰ ਕੀਤਾ, ਉਹ ਤਾਂ ਮੇਰਾ ਬਾਪ ਹੈ ਹੀ ਨਹੀਂ ਸੀ, ਬਲਕਿ ਉਹ ਤਾਂ ਮੈਨੂੰ ਦਿਮਾਗੀ ਮਰੀਜ਼ ਬਣਾਉਣ ਤੇ ਤੁਲਿਆ ਹੋਇਆ ਸੀ। ਮੈਂ ਰੋਂਦੇ ਹੋਏ ਆਪਣੀ ਮੰਮੀ ਨੂੰ ਕਿਹਾ ਕਿ ਇਹ ਤਾਂ ਮੇਰਾ ਸਕਾ ਨਹੀਂ ਸੀ, ਪਰ ਤੁਸੀਂ ਤਾਂ ਮੇਰੇ ਸਕੇ ਸੀ। ਫਿਰ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ? ਤੁਸੀਂ ਪਾਪਾ ਨੂੰ ਇਹ ਗਲਤ ਕੰਮ ਕਰਨ ਤੋਂ ਕਿਉਂ ਨਹੀਂ ਰੋਕਿਆ? ਮੇਰੀ ਮੰਮੀ ਤਾਂ ਚੁੱਪ ਰਹੀ, ਪਰ ਹੌਲੀ-ਹੌਲੀ ਕਰਕੇ ਲੋਕਾਂ ਤੋਂ ਪਤਾ ਲੱਗਿਆ ਕਿ ਮੇਰੀ ਮਾਂ ਨੇ ਮੇਰੇ ਬਾਪ ਨੂੰ ਛੱਡ ਕੇ ਇਸ ਇਨਸਾਨ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ। ਮੇਰਾ ਬਾਪ ਇਹ ਗਮ ਨਾ ਸਹਾਰਦਾ ਹੋਇਆ ਇਸ ਦੁਨੀਆ ਤੋਂ ਚਲਿਆ ਗਿਆ ਤੇ ਵਸੀਅਤ ਮੇਰੇ ਨਾਮ ਕਰਵਾ ਗਿਆ। ਮੇਰੀ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਮਰ ਗਿਆ ਤਾਂ ਉਹ ਮੇਰੇ ਕੋਲ ਆ ਗਈ। ਮੇਰੀ ਮਾਂ ਦੀਆਂ ਅੱਖਾਂ ਤੇ ਸ਼ਾਇਦ ਹੁਣ ਵੀ ਇਸ ਇਨਸਾਨ ਦੇ ਪਿਆਰ ਦੀ ਪੱਟੀ ਬੰਨੀ ਹੋਈ ਸੀ, ਇਸ ਲਈ ਉਹ ਅਜਿਹਾ ਕਰ ਰਹੀ ਸੀ। ਇਹ ਸਭ ਪਤਾ ਕਰਨ ਵਿੱਚ ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਮੈਂ ਆਪਣੀ ਮਾਂ ਅਤੇ ਉਸ ਆਦਮੀ ਜਿਸ ਨੂੰ ਮੈਂ ਬਾਪ ਕਹਿੰਦੀ ਸੀ ਉੱਪਰ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ। ਮੈਂ ਉਸ ਆਦਮੀ ਦੇ ਹੱਥੋਂ ਆਪਣੇ ਬਾਪ ਦਾ ਬਿਜ਼ਨਸ ਵੀ ਫੜ ਲਿਆ ਸੀ। ਜੇ ਮੇਰਾ ਪਤੀ ਸਾਥ ਨਾ ਦਿੰਦਾ ਤਾਂ ਮੈਂ ਇਹ ਸਭ ਕੁਝ ਨਹੀਂ ਕਰ ਸਕਦੀ ਸੀ। ਸਿਆਣੇ ਸੱਚ ਕਹਿੰਦੇ ਆ ਕਿ ਪੈਸਾ ਸਕੇ ਖੂਨ ਨੂੰ ਵੀ ਸਫੇਦ ਕਰ ਦਿੰਦਾ। ਸੋ ਦੋਸਤੋ, ਕਹਾਣੀ ਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।